इन कॉज वर्ल्ड अज की वीडियो ਦੇ ਆਪਾਂ ਕਰਾਂਗੇ भोली भोली पंजाबी ਵਿੱਚ ਕਹੀਏ ਤਾਂ ਭੋਲੀ के ए अब्बास जी द्वारा रचित चैप्टर है तो आप हुण पढ़न जा रहे हैं इसकी समरी द ऑथर के ए अब्बास has written a beautiful story about an uncared child whose career was shaped by her primary school teacher. Her name was Sulekha, but since her childhood everyone had been calling her Boli the simpleton. ਹੁਣ ਆਪਾਂ ਇਸ ਦੀ ਐਕਸਪਲੇਨੇਸ਼ਨ ਸ਼ੁਰੂ ਕਰਦੇ ਹਾਂ। ਕਹਿੰਦੇ ਵੀ ਇਹ ਜਿਹੜਾ ਚੈਪਟਰ ਹੈ ਕਿ ਇਹ ਅब्बास जी द्वारा रचित है, ਇਹ ਬਹੁਤ ਹੀ ਬਿਊਟੀਫੁਲ ਜੀ ਸਟੋਰੀ ਹੈ। ਕਿਹਦੇ ਬਾਰੇ ਹੈ? ਇੱਕ ਅਨਕੇਅਰਡ ਚਾਈਲਡ ਦੇ ਬਾਰੇ, ਇੱਕ ਇਹੋ ਜਿਹੇ ਜਵਾਕ ਦੇ ਬਾਰੇ, ਇੱਕ ਇਹੋ ਜਿਹੇ ਬੱਚੇ ਦੇ ਬਾਰੇ, ਇੱਕ ਇਹੋ ਜਿਹੇ ਨਿਆਣੇ ਦੇ ਬਾਰੇ ਹੈ ਜਿਹਦਾ ਸ਼ੁਰੂ ਤੋਂ ਹੀ ਧਿਆਨ ਨਹੀਂ ਰੱਖਿਆ ਗਿਆ ਤੇ ਜਿਹਦਾ ਜਿਹੜਾ ਕਰੀਅਰ ਹੈ ਉਹ ਕਿਹਨੇ ਸ਼ੇਪ ਕਰਿਆ? ਉਸਦੇ ਪ੍ਰਾਇਮਰੀ ਸਕੂਲ ਟੀਚਰ ਨੇ ਸ਼ੇਪ ਕਰਿਆ, ਜਿਸ ਦਾ ਨਾਮ ਕੀ ਸੀ? ਸੁਲੇਖਾ। ਬੱਚੇ ਦਾ ਨਾਮ ਸੁਲੇਖਾ ਸੀ, ਠੀਕ ਹੈ, ਬੱਚੀ ਦਾ ਨਾਮ ਸੁਲੇਖਾ ਸੀ। ਬਟ ਸਿੰਸ ਚਾਈਲਡਹੁੱਡ, ਕਹਿੰਦੇ ਬਚਪਨ ਤੋਂ ਹੀ ਉਸਨੂੰ ਸੁਲੇਖਾ ਨਹੀਂ ਸੀ ਕਿਹਾ ਜਾਂਦਾ, ਉਹਨੂੰ ਸ਼ੁਰੂ ਤੋਂ ਬੋਲੀ ਹੀ ਕਹਿੰਦੇ ਸੀ। ਬੋਲੀ ਦਾ ਕੀ ਅਰਥ ਹੁੰਦਾ ਹੈ? ਬੋਲੀ ਦਾ ਅਰਥ ਹੁੰਦਾ ਹੈ ਸਿੰਪਲੀਟਨ। ਓਕੇ, ਚੱਲ ਹੁਣ ਆਪਾਂ ਚੱਲਦੇ ਹਾਂ ਅੱਗੇ। ਰਾਮਲਾਲ the ਨੰਬਰਦਾਰ of the village had 7 children, 3 sons and 4 daughters. ਕਹਿੰਦੇ ਜਿਹੜਾ ਰਾਮਲਾਲ ਹੈ ਨੰਬਰਦਾਰ ਹੈ ਵਿਲੇਜ ਦਾ, ਉਹਦੇ 7 ਜਵਾਕ ਨੇ, ਠੀਕ ਹੈ, ਜਿਹਦੇ ਵਿੱਚੋਂ 3 ਪੁੱਤਰ ਨੇ ਤੇ 4 ਜਿਹੜੀਆਂ ਨੇ ਡਾਟਰਸ ਨੇ, ਮਤਲਬ 4 ਉਹਦੇ ਮੁੰਡੇ ਨੇ ਤੇ 3 ਉਹਦੇ ਮੁੰਡੇ ਨੇ ਤੇ 4 ਕੁੜੀਆਂ ਨੇ। ਐਂਡ ਦ ਯੰਗੈਸਟ ਆਫ them was ਬੋਲੀ। ਸਭ ਤੋਂ ਛੋਟਾ ਕੌਣ ਸੀ? ਬੋਲੀ ਸੀਗੀ। ਐਟ ਬਰਥ ਬੋਲੀ was very fair and pretty. ਕਹਿੰਦੇ ਜਦੋਂ ਦਾ ਜਨਮ ਹੋਇਆ ਤਾਂ ਬੋਲੀ ਬਹੁਤ ਜ਼ਿਆਦਾ ਸੋਹਣੀ ਸੀ ਤੇ ਪ੍ਰਿਟੀ ਸੀਗੀ। ਬਟ when she was 2 years old she had an attack of smallpox. ਕਹਿੰਦੇ ਪਰ ਜਦੋਂ 2 ਸਾਲਾਂ ਦੀ ਹੋਈ ਤਾਂ ਉਹਨੂੰ ਅਟੈਕ ਹੋ ਗਿਆ ਕਾਹਦਾ? smallpox ਦਾ। only the eyes were saved. ਕਹਿੰਦੇ ਸਿਰਫ ਉਹਦੀਆਂ ਅੱਖਾਂ ਹੀ ਬਚ ਪਾਈਆਂ, but the entire body was permanently disfigured by deep black pock marks. ਕਹਿੰਦੇ ਉਹਦਾ ਸਿਰਫ ਅੱਖਾਂ ਹੀ ਬਚ ਪਾਈਆਂ, but ਜਿਹੜੀ ਉਹਦੀ ਬੋਡੀ ਸੀ entire, ਉਹ ਕਿਆ ਹੋ ਚੁੱਕੀ ਸੀ? ਖਰਾਬ ਹੋ ਚੁੱਕੀ ਸੀਗੀ with deep black pock marks. Little Sulekha could not speak till she was 5 and when at least she learnt to speak she stammered. ਕਹਿੰਦੇ 5 ਵਰਿਆਂ ਦੀ ਉਮਰ ਤੱਕ ਤਾਂ ਉਹ ਬੋਲਣਾ ਹੀ ਨਹੀਂ ਸਿੱਖ ਪਾਈ ਤੇ ਜੇ ਉਹਨੇ ਸਿੱਖ ਵੀ ਲਿਆ ਤਾਂ ਉਹ ਸਟੈਮਰ ਕਰਦੀ ਸੀਗੀ। ਸਟੈਮਰ ਕਰਨਾ ਮਤਲਬ ਕਿ ਰੁਕ ਰੁਕ ਕੇ ਬੋਲਦੀ ਸੀ। all the girls were good looking and healthy except ਬੋਲੀ। ਹੁਣ ਜਿਹੜੀਆਂ ਰਾਮ ਲਾਲ ਦੀਆਂ 4 ਕੁੜੀਆਂ ਸੀ ਉਸਦੇ ਵਿੱਚੋਂ ਜਿਹੜੀ ਬੋਲੀ ਸੀ ਉਹੀ ਇਹੋ ਜਿਹੀ ਸੀ, ਬਾਕੀ ਸਾਰੀਆਂ ਬਹੁਤ ਜ਼ਿਆਦਾ ਸੋਹਣੀਆਂ ਸੀ ਤੇ ਹੈਲਦੀ ਸੀਗੀਆਂ। ਬੋਲੀ was 7 years old. ਜਿਹੜੀ ਬੋਲੀ ਸੀਗੀ ਉਹ 7 ਸਾਲਾਂ ਦੀ ਸੀ। when a primary school was opened in their village. ਜਦੋਂ ਇੱਕ ਸਕੂਲ ਖੁੱਲਿਆ ਉਹਨਾਂ ਦੇ ਪਿੰਡ ਦੇ ਵਿੱਚ, the ਤਹਿਸੀਲਦਾਰ ਸਾਹਿਬ came for the opening ceremony. He strictly said to Ram Lal, you are the representative of the government in the village. You must send your daughters to school and set an example to the villagers. ਕਹਿੰਦੇ ਹੁਣ ਤਹਿਸੀਲਦਾਰ ਆਇਆ ਬੋਲੀ ਦੇ ਫਾਦਰ ਕੋਲ, ਰਾਮ ਲਾਲ ਕੋਲ, ਕਿ ਤੈਨੂੰ ਆਪਣੀ ਕੁੜੀਆਂ ਚੋਂ ਕਿਸੇ ਇੱਕ ਨੂੰ ਭੇਜਣਾ ਚਾਹੀਦਾ ਹੈ ਉਹ ਮਤਲਬ ਸਕੂਲ ਦੇ ਵਿੱਚ, ਕਿਉਂਕਿ ਤੂੰ ਇੱਕ ਰਿਪਰੈਜ਼ੈਂਟੇਟਿਵ ਹੈ ਗਵਰਨਮੈਂਟ ਦਾ ਵਿਲੇਜ ਦੇ ਵਿੱਚ। ਪਿੰਡ ਦੇ ਵਿੱਚ ਕੋਈ ਪੰਚ ਵਗੈਰਾ ਹੁੰਦਾ ਹੈ, ਠੀਕ ਹੈ, ਤਾਂ ਉਹ ਕਹਿੰਦਾ ਹੈ ਕਿ ਤੂੰ ਜੇ ਆਪਣੀ ਕੁੜੀ ਨੂੰ ਭੇਜੇਗਾ ਤਾਂ ਇੱਕ ਐਗਜ਼ਾਮਪਲ ਸੈੱਟ ਹੋਏਗਾ ਪਿੰਡ ਦੇ ਲੋਕਾਂ ਦੇ ਮੂਹਰੇ, ਫਿਰ ਉਹ ਵੀ ਆਪਣੇ ਕੁੜੀਆਂ ਨੂੰ ਸਕੂਲ ਦੇ ਵਿੱਚ ਭੇਜਣਗੇ। ਰਾਮ did not have the courage to disobey the ਤਹਿਸੀਲਦਾਰ। ਹੁਣ ਤਹਿਸੀਲਦਾਰ ਉਹ ਤੋਂ ਉੱਚੀ ਪਦਵੀ ਦਾ ਸੀਗਾ ਤਾਂ ਤਹਿਸੀਲਦਾਰ ਦਾ ਕਿਹਾ ਹੋਇਆ ਰਾਮ ਲਾਲ ਨੂੰ ਮੰਨਣਾ ਹੀ ਪੈਣਾ ਸੀ। though against the wishes of Ram Lal's wife, Boli was sent to school. ਕਹਿੰਦੇ ਰਾਮ ਲਾਲ ਦੀ ਜਿਹੜੀ ਵਾਈਫ ਸੀਗੀ ਉਹਦੀ ਕੋਈ ਵੀ ਇੱਛਾ ਨਹੀਂ ਸੀ ਬੋਲੀ ਸਕੂਲ ਜਾਵੇ, ਪਰ ਫਿਰ ਵੀ ਉਹਨੂੰ ਭੇਜਿਆ ਗਿਆ। his wife thought that if she was sent to school nobody would marry her. ਉਹਦੀ ਵਾਈਫ ਨੇ ਇਹ ਸੋਚਿਆ ਕਿ ਜੇ ਉਹਨੂੰ ਸਕੂਲ ਦੇ ਵਿੱਚ ਭੇਜ ਦਿੱਤਾ ਜਾਏਗਾ ਤਾਂ ਕੋਈ ਵੀ ਉਸਦੇ ਨਾਲ ਵਿਆਹ ਨਹੀਂ ਕਰਵਾਏਗਾ। she was put on a good dress and hair was properly combed and oiled. on the very first day Boli saw a book full of pictures and felt highly impressed. ਕਹਿੰਦੇ ਉਹਦੇ ਵਧੀਆ ਵਧੀਆ ਕੱਪੜੇ ਪਾਏ ਗਏ, ਉਹਦੇ ਵਾਲਾਂ ਤੇ ਤੇਲ ਲਾਇਆ ਗਿਆ, ਧੋਤੇ ਗਏ, ਠੀਕ ਹੈ, ਉਹਨੂੰ ਕੰਘੀ ਕੀਤੀ ਗਈ। ਤੇ ਜਦ ਪਹਿਲੇ ਦਿਨ ਬੋਲੀ ਸਕੂਲ ਗਈ ਤਾਂ ਉਹਨੇ ਇੱਕ ਬੁੱਕ ਦੇਖੀ ਜਿਹਦੇ ਵਿੱਚ ਖਾਸੀਆਂ ਸਾਰੀਆਂ ਤਸਵੀਰਾਂ ਸਨ ਤੇ ਉਹ ਬਹੁਤ ਜ਼ਿਆਦਾ ਖੁਸ਼ ਹੋ ਗਈ। The voice of the teacher was very soft. It touched her heart. She told Boli that in 1 month she would be able to read that book. She would be more learned than anyone else in the village. People would listen to her with respect and she would be able to speak without the slightest stammer. ਹੁਣ ਜਿਹੜੀ ਉਹ ਟੀਚਰ ਸੀਗੀ ਪ੍ਰਾਇਮਰੀ ਟੀਚਰ, ਉਸਨੇ ਬੋਲੀ ਦੇ ਅੰਦਰ ਇਹ ਵਿਸ਼ਵਾਸ ਜਗਾਇਆ ਕਿ
you would be able to speak, तू सब तो ज़्यादा वधिया बोलेंगी, तू सब तो वधिया learned होएंगी, तेरे को सब तो ज़्यादा knowledge होएगी, ते तू stammer नहीं करेंगी, तू properly बोल पाएंगी। भोली felt as if suddenly all the bells in the village temple were ringing। ਤਾਂ ਭੋਲੀ ਨੂੰ ਇੱਕ ਵਾਰ ਤਾਂ ਏਦਾਂ ਲੱਗਿਆ ਕਿ ਵਿਲੇਜ ਦੇ ਵਿੱਚ ਜਿੰਨੇ ਵੀ ਟੈਂਪਲਸ ਨੇ ਉਹਨਾਂ ਦੀਆਂ ਜਿਹੜੀਆਂ ਘੰਟੀਆਂ ਨੇ ਉਹ ਵੱਜ ਰਹੀਆਂ ਨੇ, ਉਹਨੂੰ ਮਤਲਬ ਇੱਕ ਤਰ੍ਹਾਂ ਨਾ motivation ਮਿਲੀ। as she was not beautiful and intelligent, her parents were all the time worried about her marriage। ਕਹਿੰਦੇ ਹੁਣ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਉਹ ਸੋਹਣੀ ਵੀ ਨਹੀਂ ਸੀਗੀ ਇੰਨੀ ਤੇ ਨਾ ਹੀ ਉਸਨੂੰ ਜ਼ਿਆਦਾ ਅਕਲ ਸੀਗੀ, ਤਾਂ ਉਹਦੇ ਜਿਹੜੇ ਪੈਰੈਂਟਸ ਸੀਗੇ ਮਾਪਿਓ ਸੀ ਉਹ ਹਮੇਸ਼ਾ ਤੋਂ ਹੀ ਉਹਦੇ ਵਿਆਹ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਿਤ ਸੀ। Finally, they selected Bishambhar Nath as bridegroom for Boli. He was about Ram Lal's age. He is limbed also, and children from his first wife were quite grown up। ਕਹਿੰਦੇ ਤਾਂ ਉਹਨੇ ਬਿਸ਼ੰਬਰ ਨਾਥ ਨੂੰ as a दूल्हा ਚੁਣਿਆ for Boli। ठीक है, बिशंबर नाथ ਨੂੰ as bridegroom ਚੁਣਿਆ ਜੋ ਕਿ almost ਰਾਮ ਲਾਲ ਦੀ ਉਮਰ ਦਾ ਸੀਗਾ, 40-45 ਸਾਲ ਦਾ। ਰਾਮ ਲਾਲ ਮਤਲਬ ਬੋਲੀ ਦੇ ਫਾਦਰ ਦੀ ਜਿੰਨੀ ਉਮਰ ਦਾ ਸੀਗਾ, ਬਟ ਫਿਰ ਵੀ ਉਹਨੂੰ ਚੁਣਿਆ ਗਿਆ। ਕਹਿੰਦੇ ਉਹਦਾ ਵਿਆਹ ਪਹਿਲਾਂ ਹੋ ਚੁੱਕਿਆ ਸੀ ਬਟ ਉਸਦੀ ਵਾਈਫ ਹੁਣ ਨਹੀਂ ਸੀ, ਮਤਲਬ he was alone, ਠੀਕ ਹੈ, now he was single। ਤੇ ਉਹ ਹੁਣ ਮਤਲਬ ਉਹਦੀ ਵਾਈਫ ਦੀ ਡੈਥ ਹੋ ਚੁੱਕੀ ਸੀ ਮੇਬੀ, ਐਂਡ ਜਿਹੜੇ ਉਹਦੇ ਪਹਿਲੀ ਵਾਈਫ ਦੇ ਬੱਚੇ ਸੀਗੇ ਉਹ ਕਾਫੀ ਵੱਡੇ ਸੀ। ठीक है, on the day of the wedding, Bishambhar Nath, a rich grocer, came with a big party of friends and relatives. When the garlanding ceremony was to take place, he happened to see the face of his bride. Seeing spots of smallpox, he puts a condition of ₹5,000, otherwise they go back। Ramlal requested him ₹2,000, but Bishambhar did not listen to him। ਕਹਿੰਦੇ ਬਿਸ਼ੰਬਰ ਨਾਥ ਇੱਕ ਬਹੁਤ ਹੀ ਅਮੀਰ ਗ੍ਰੋਸਰ ਸੀਗਾ ਤੇ ਉਹ ਬਹੁਤ ਜ਼ਿਆਦਾ ਵੱਡੀ ਬਰਾਤ ਨਾਲ ਆਇਆ ਜਿਹਦੇ ਵਿੱਚ ਉਹਦੇ ਦੋਸਤ ਵੀ ਸੀਗੇ, ਰਿਸ਼ਤੇਦਾਰ ਵੀ ਸੀਗੇ। ਤੇ ਜਦੋਂ ਦੀ ਗਾਰਲੈਂਡਿੰਗ ਸੈਰੇਮਨੀ ਹੋ ਰਹੀ ਸੀ, ਠੀਕ ਹੈ, ਮਤਲਬ ਕਿ ਜਦੋਂ ਵਰਨਮਾਲਾ ਪਾ ਰਹੇ ਸੀ, ਵਰਨਮਾਲਾ ਪਾਉਣ ਵਾਲੀ ਰਸਮ ਹੋ ਰਹੀ ਸੀਗੀ, ਤਾਂ ਉਹਨੇ ਕਿਹਦਾ ਮੂੰਹ ਦੇਖ ਲਿਆ? ਬ੍ਰਾਈਡ ਦਾ ਮੂੰਹ ਦੇਖ ਲਿਆ। ਤੇ ਜਦੋਂ ਉਹਨੇ ਭੋਲੀ ਦਾ ਮੂੰਹ ਦੇਖਿਆ ਤਾਂ ਉਹਨੂੰ ਪਤਾ ਲੱਗਿਆ ਕਿ ਉਹਦੇ ਮੂੰਹ ਤੇ ਸਪੌਟਸ ਨੇ, ਕਾਹਦੇ? ਸਮੌਲ ਪੌਕਸ ਦੇ, ਠੀਕ ਹੈ। ਤਾਂ ਉਹਨੇ ਇੱਕ ਕੰਡੀਸ਼ਨ ਰੱਖੀ ਕਿ 5,000 ਰੁਪਇਆ ਦਿਓ, ਮੈਨੂੰ ਦਹੇਜ ਦਿਓ। ਪਹਿਲਾਂ ਉਹਨੇ ਕੋਈ ਕੰਡੀਸ਼ਨ ਨਹੀਂ ਸੀ ਰੱਖੀ, ਬਟ ਜਦੋਂ ਉਹਨੇ ਉਹਦਾ ਫੇਸ ਦੇਖ ਲਿਆ ਉਹਨੇ ਕੰਡੀਸ਼ਨ ਰੱਖੀ ਕਿ ਗਿਵ ਮੀ 5,000 ਰੁਪੀਜ਼, ਅਦਰਵਾਈਜ਼ ਆਈ ਵਿਲ ਗੋ ਬੈਕ। ਰਾਮ ਲਾਲ ਰਿਕੁਐਸਟਡ ਹਿਮ ₹2,000। ਕਹਿੰਦੇ ਰਾਮ ਲਾਲ ਨੇ ਉਸਨੂੰ ਕਿਹਾ ਕਿ ਤੂੰ 2,000 ਰੁਪਇਆ ਲੈ ਲੈ, 5,000 ਰਹਿਣ ਦੇ, ਬਟ ਬਿਸ਼ੰਬਰ ਨੇ ਉਹਦੀ ਇੱਕ ਵੀ ਗੱਲ ਨਹੀਂ ਸੁਣੀ। When ₹5,000 were brought and placed at the bridegroom's feet, Bholi took charge of the situation। She refused to marry a lame old man who was so greedy। Her relatives called her shameless, but she declared that she was not a dumb cow. She was no more a stammering fool। When asked what she would do in her life, she replied that she would serve her parents and teach at the same school where she was taught। Education had enlightened the mind of Bholi। Her teacher, who had came to attend Bholi's wedding, felt proud of her decision। She felt she had been successful as a teacher। ਕਹਿੰਦੇ ਕੀ ਹੁੰਦਾ ਹੈ ਜਦੋਂ 5,000 ਰੁਪਇਆ ਉਹਦੇ ਫਾਦਰ ਉਹਨੂੰ ਦੇ ਦਿੰਦੇ ਨੇ, ਉਹਦੇ ਚਰਨਾਂ 'ਚ ਧਰ ਦਿੰਦੇ ਨੇ, ਤਾਂ ਬੋਲੀ ਜਿਹੜੀ ਇੱਕ ਸਟੈਂਡ ਲੈ ਲੈਂਦੀ ਹੈ, ਚਾਰਜ ਲੈ ਲੈਂਦੀ ਸਿਚੁਏਸ਼ਨ ਦਾ। ਉਹ ਕਹਿੰਦੀ ਕਿ no, I won't marry such a man who is so much greedy। ਕਹਿੰਦੇ ਇੰਨੇ ਲਾਲਚੀ ਇਨਸਾਨ ਦੇ ਨਾਲ ਮੈਂ ਵਿਆਹ ਨਹੀਂ ਕਰਾਉਣਾ। ਬੋਲੀ ਦੇ ਰਿਸ਼ਤੇਦਾਰ ਉਸਨੂੰ ਆਖਦੇ ਨੇ ਕਿ ਕਿੰਨੀ ਬੇਸ਼ਰਮ ਹੈ, ਕਿੰਨੀ ਸ਼ੇਮਲੈਸ ਹੈ ਕਿ ਏਦਾਂ ਕਰ ਰਹੀ ਹੈ, ਬਟ ਉਹਨੇ ਕਿਹਾ ਕਿ ਹੁਣ ਉਹ ਇੱਕ ਡੰਬ ਕਾਉ ਨਹੀਂ ਹੈਗੀ, ਉਹ ਕੋਈ ਮਤਲਬ ਕਿ ਪਾਗਲ ਨਹੀਂ ਹੈਗੀ, ਨਾ ਸਮਝ ਨਹੀਂ ਹੈਗੀ, ਉਸਨੂੰ ਕਾਫੀ ਸਮਝ ਆ ਚੁੱਕੀ ਹੈ। she was no more a stammering fool। ਹੁਣ ਉਹ ਬਿਲਕੁਲ ਵੀ ਸਟੈਮਰ ਨਹੀਂ ਕਰਦੀ, ਉਹ ਕੋਈ ਪਾਗਲ ਇਨਸਾਨ ਨਹੀਂ ਹੈ। ਕਹਿੰਦੇ ਜਦੋਂ ਉਹਨੂੰ ਪੁੱਛਿਆ ਗਿਆ ਕਿ ਉਹ ਜ਼ਿੰਦਗੀ ਦੇ ਵਿੱਚ ਕੀ ਕਰੇਗੀ ਤਾਂ ਉਸਨੇ ਦੱਸਿਆ ਕਿ ਉਹ ਆਪਣੇ ਮਾਤਾ ਪਿਤਾ ਦਾ ਖਿਆਲ ਰੱਖੇਗੀ ਤੇ ਸੇਮ ਸਕੂਲ ਜਿੱਥੇ ਉਸਨੂੰ ਪੜ੍ਹਾਇਆ ਗਿਆ ਉੱਥੇ ਉਹ ਹੁਣ ਪੜ੍ਹਾਏਗੀ। ਐਜੂਕੇਸ਼ਨ ਨੇ ਉਹਦੀ ਜ਼ਿੰਦਗੀ ਨੂੰ ਬਦਲ ਦਿੱਤਾ ਹੈ ਤੇ ਉਹਦੇ ਟੀਚਰ ਵੀ ਉੱਥੇ ਹੀ ਖੜੇ ਸੀ ਜਿਨ੍ਹਾਂ ਨੇ ਉਹਨੂੰ ਪੜ੍ਹਾਇਆ ਸੀ, ਤਾਂ ਉਹਨਾਂ ਨੂੰ ਲੱਗਿਆ ਕਿ ਉਹ ਆਪਣੇ ਕਰੀਅਰ ਦੇ ਵਿੱਚ ਸਕਸੈਸਫੁਲ ਹੋ ਗਏ ਨੇ। ਉਹਨਾਂ ਨੇ ਆਪਣੇ ਸਟੂਡੈਂਟ ਨੂੰ ਇਸ ਤਰ੍ਹਾਂ ਵੇਖਿਆ, ਠੀਕ ਹੈ। ਪਹਿਲਾ ਕੁਐਸਚਨ, ਹਾਊ ਮੈਨੀ ਸਿਬਲਿੰਗਸ ਡਿਡ ਬੋਲੀ ਹੈਵ? ਬੋਲੀ ਹੈਡ 3 brothers and 3 sisters। ਹੁਣ ਦੇਖੋ ਟੋਟਲ ਦੇ ਵਿੱਚ ਤਾਂ 7 ਜਵਾਕ ਸੀਗੇ ਰਾਮ ਲਾਲ ਦੇ, ਜਿਹਦੇ ਵਿੱਚੋਂ 4 ਕੁੜੀਆਂ ਸੀ, 3 ਮੁੰਡੇ ਸੀਗੇ। ਤੇ ਜੇ ਆਪਾਂ ਬੋਲੀ ਨੂੰ ਸਾਈਡ ਤੇ ਰੱਖ ਲਈਏ ਤਾਂ ਬੋਲੀ ਦੇ 3 ਬ੍ਰਦਰ ਹੋਣਗੇ ਤੇ 3 ਉਹਦੀਆਂ ਸਿਸਟਰਸ ਹੋਣਗੀਆਂ। ਵਾਈ ਵਾਸ ਸੁਲੇਖਾ ਕਾਲਡ ਬੋਲੀ ਦ ਸਿੰਪਲੀਟਨ? ਕਹਿੰਦੇ ਸੁਲੇਖਾ ਨੂੰ ਬੋਲੀ ਕਿਉਂ ਕਿਹਾ ਜਾਂਦਾ ਸੀਗਾ? ਬੋਲੀ remained a backward child, so she came to be known as ਬੋਲੀ the simpleton। ਕਹਿੰਦੇ ਉਹ ਸ਼ੁਰੂ ਤੋਂ ਇੱਕ backward ਜਿਹਾ ਚਾਈਲਡ ਸੀਗਾ। backward in the sense ਕਿ ਬਚਪਨ ਤੋਂ ਹੀ ਉਸਨੂੰ ਪਹਿਲਾਂ small pox ਦਾ ਅਟੈਕ ਆ ਗਿਆ ਸੀਗਾ ਨਾ, ਜਿਸ ਕਾਰਨ ਉਹਦੇ ਫੇਸ ਤੇ ਕਾਫੀ ਜ਼ਿਆਦਾ ਦਾਗ ਪੈ ਗਏ ਸੀਗੇ, ਪੂਰੀ ਬੋਡੀ ਉਹਦੀ ਡਿਸਫਿਗਰ ਹੋ ਗਈ ਸੀ, ਸਿਰਫ ਅੱਖਾਂ ਹੀ ਬਚ ਪਈਆਂ ਸੀ। ਸ਼ੁਰੂ ਤੋਂ ਹੀ ਉਸਨੂੰ ਨਾ ਸਮਝਿਆ ਜਾਂਦਾ ਸੀ। ਉਹਨੇ ਬੋਲਣਾ ਵੀ ਲੇਟ ਸ਼ੁਰੂ ਕਰਿਆ, 5 ਸਾਲਾਂ ਦੀ ਉਮਰ 'ਚ ਉਹਨੇ ਬੋਲਣਾ ਸ਼ੁਰੂ ਕਰਿਆ, ਤੇ ਜੇ ਬੋਲਣਾ ਸ਼ੁਰੂ ਕਰਿਆ ਤਾਂ ਉਹ ਸਟੈਮਰ ਕਰਦੀ ਸੀਗੀ। ਅਗਲਾ ਕੁਐਸਚਨ ਹੈ, ਵਟ ਵਾਸ ਦ ਇਫੈਕਟ ਆਫ small pox on ਬੋਲੀ? ਕਹਿੰਦੇ ਬੋਲੀ ਤੇ small pox ਦਾ
की इफेक्ट होया कहंदे ओदी हर जिहड़ी एंटायर बॉडी सी परमानेंटली डिसफिगर हो गई वाई डिड बोली एंड द अदर चिल्ड्रन मेक फन ऑफ बोली कहंदे सॉरी other children बोली दा फन क्यों बनांदे सी बोली would stammer while speaking so the other children made fun of her okay next question is why was Ramlal worried about Boli Ramlal चिंतित क्यों सीगा बोली नु लेके Ramlal was worried about her marriage prospects क्योंकि ओदे नाल कोई ब्याह नहीं कराएगा because she was neither intelligent nor she was beautiful अगला question why did तहसीलदार came to the village तहसीलदार village दे विच क्यों आया सी ते तहसीलदार came to the village to perform the opening ceremony of a primary school okay next question is why did the तहसीलदार want Ramlal to send his daughters to the school कहंदे रामलाल नु मतलब तहसीलदार क्यों चाहता सी कि रामलाल अपनियां कुड़ियां नु स्कूल दे विच भेजे रामलाल was a government official so the तहसीलदार wanted that as a government representative he must send his daughter to the school so that the other villages may also get inspired ठीक है अगला question why did Ramlal's wife agree to send Boli but not her other daughters to school Ramlal consulted his wife about sending their daughters to school Ramlal's wife thought that if the girls went to school no one would marry them Boli had an ugly face she lacked sense there was a little chance of her getting married so Ramlal's wife agreed to send her to the school कहंदे भी बाकी कुड़ियां तां बहुत सोहणियां सी उन्हां दा विआह हो ही जाना सी पर Boli जिहड़ी ओ सोहणी नहीं सी ते ओदे विआह दे भी बहुत ज़्यादा घट चांसेस सीगे ठीक है ਉਹਦੇ ਵਿਆਹ ਦੇ ਘੱਟ ਚਾਂਸਸ ਸੀਗੇ ਤੇ ਉਹਨੂੰ ਇਦਾਂ ਸੀ ਵੀ ਚਲੋ ਇਹਦਾ ਵਿਆਹ ਤਾਂ ਵੈਸੇ ਵੀ ਘੱਟ ਚਾਂਸਸ ਤੇ ਤੇ ਭੇਜਣਾ ਤਾਂ ਉਹਨੇ ਕਿਸੇ ਨੂੰ ਹੈ ਹੀ ਸੀ ਤੇ ਬਾਕੀ ਕੁੜੀਆਂ ਨੂੰ ਕਿਉਂ ਭੇਜਣਾ ਉਹ ਕਹਿੰਦਾ ਮੈਂ ਇਹਨੂੰ ਵੀ ਬੋਲੀ ਨੂੰ ਹੀ ਭੇਜ ਦੇਣਾ ਵਾਈ ਵਾਸ ਬੋਲੀ ਗਲੈਡ ਟੂ ਸੀ ਸੋ ਮੈਨੀ ਗਰਲਸ ਆਫ ਹਰ ਓਨ ਏਜ ਕਹਿੰਦੇ ਜਦੋਂ ਉਹਨੇ ਬੋਲੀ ਨੇ ਆਪਣੀ ਹੀ ਏਜ ਦੀਆਂ ਹੋਰ ਕੁੜੀਆਂ ਦੇਖੀਆਂ ਤਾਂ ਬਹੁਤ ਜ਼ਿਆਦਾ ਖੁਸ਼ ਕਿਉਂ ਹੋਈ ਰਾਮਲਾਲ took ਬੋਲੀ to school he handed over ਬੋਲੀ to the head mistress ਬੋਲੀ did not know that the school was like and what happened there she was glad to find so many girls almost of her own age present there she was glad because she hoped that one of those girls might become her friend ਉਹ ਸ਼ੁਰੂ ਤੋਂ ਹੀ ਇਕੱਲੀ ਰਹੀ ਸੀ ਉਸਨੇ ਲਈ ਕਿਸੇ ਨੇ ਉਸ ਨਾਲ ਜ਼ਿਆਦਾ ਪਿਆਰ ਵੀ ਨਹੀਂ ਸੀ ਜਤਾਇਆ ਤੇ ਜਦੋਂ ਉਹਨੇ ਉਹ ਆਪਣੀ ਹੀ ਹਾਨ ਦੀਆਂ ਹੋਰ ਕੁੜੀਆਂ ਵੇਖੀਆਂ ਤਾਂ ਉਹਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਇਹਨਾਂ ਕੁੜੀਆਂ ਵਿੱਚੋਂ ਕੋਈ ਇੱਕ ਕੁੜੀ ਉਹਦੀ ਸਹੇਲੀ ਬਣ ਜਾਏਗੀ what happened when the teacher asked Boli her name ਕਹਿੰਦੇ ਜਦੋਂ ਟੀਚਰ ਨੇ ਬੋਲੀ ਨੂੰ ਉਸਦਾ ਨਾਮ ਪੁੱਛਿਆ ਤਾਂ ਕੀ ਹੋਇਆ the teacher asked Boli her what her name was Boli could not utter her full name then she began to cry and tears flowed from her eyes she sat in a corner she did not dare to look up at other girls she kept her head down for fear of being laughed at ਕਹਿੰਦੇ ਉਹ ਤਾਂ ਆਪਣਾ ਪੂਰਾ ਨਾਮ ਨਹੀਂ ਬੋਲਿਆ ਗਿਆ ਇੱਕ ਕਿਨਾਰੇ ਦੇ ਵਿੱਚ ਬੈਠੀ ਰਹੀ ਉਹ ਤਾਂ ਉੱਤੇ ਵੀ ਨਹੀਂ ਦੇਖਿਆ ਗਿਆ ਤੇ ਉਹਦੇ ਇੰਨੀ ਵੀ ਹਿੰਮਤ ਨਹੀਂ ਸੀ ਕਿ ਉਹ ਆਪਣੀ ਅੱਖਾਂ ਚੁੱਕ ਕੇ ਉੱਪਰ ਵੇਖ ਸਕੇ ਉਹ ਡਰ ਰਹੀ ਸੀਗੀ ਕਿ ਬਾਕੀ ਕੁੜੀਆਂ ਉਸ ਤੇ ਹੱਸ ਰਹੀਆਂ ਹੋਣਗੀਆਂ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਨੈਕਸਟ ਕੁਐਸਚਨ ਇੰਪੋਰਟੈਂਟ ਕੁਐਸਚਨ ਵੀ ਆਇਆ ਹੋਇਆ 2017 ਦੇ ਵਿੱਚ ਤੇ ਇਸ ਤੋਂ ਅਗਲਾ ਵਾਲਾ 2016 ਦੇ ਵਿੱਚ ਆਇਆ ਹੋਇਆ ਇੰਪੋਰਟੈਂਟ ਕੁਐਸਚਨ ਹੈ ਵਾਈ ਡਿਡ ਬੋਲੀਜ਼ ਪੈਰੈਂਟਸ ਟੂ ਐਗਰੀ ਟੂ ਬਿਸ਼ੰਬਰ ਪ੍ਰਪੋਜ਼ਲ ਫॉर ਬੋਲੀ ਕਹਿੰਦੇ ਵੀ ਭੋਲੀ ਦੇ ਮਾਤਾ ਪਿਤਾ ਬਿਸ਼ੰਬਰ ਦੇ ਨਾਲ ਬੋਲੀ ਨਾਲ ਸ਼ਾਦੀ ਦੇ ਸੁਝਾਅ ਨਾਲ ਸਹਿਮਤ ਕਿਉਂ ਹੋ ਗਏ ਬਿਸ਼ੰਬਰ ਵਾਸ ਅ ਵੈਲ ਟੂ ਡੂ ਮੈਨ ਹੀ ਹੈਡ ਅ ਬਿਗ ਸ਼ਾਪ ਅ ਹਾਊਸ ਐਂਡ several thousand in the bank ਕਹਿੰਦੇ ਉਹਦਾ ਵੱਡਾ ਘਰ ਸੀਗਾ ਇੱਕ ਦੁਕਾਨ ਸੀ ਬਹੁਤ ਵੱਡੀ ਤੇ ਕਾਫੀ ਉਹਦੇ ਕੋਲ ਹਜ਼ਾਰਾਂ ਰੁਪਈਆ ਸੀਗਾ ਬੈਂਕ ਦੇ ਵਿੱਚ ਕਹਿੰਦੇ ਉਹ ਕਿਸੇ ਦਹਾਜ ਲਈ ਵੀ ਨਹੀਂ ਸੀ ਪੁੱਛ ਰਿਹਾ no doubt he had children from his first wife but they were quite grown up ਕਹਿੰਦੇ ਹਾਂ ਉਹਦੇ ਬੱਚੇ ਸੀਗੇ ਪਹਿਲੇ ਵਿਆਹ ਤੋਂ ਉਹਦੇ ਕੋਲ ਹੈਗੇ ਸੀ ਜਵਾਕ but ਕਹਿੰਦੇ ਉਹ quite grown up ਸੀਗੇ quite ਉਹ ਵੱਡੇ ਹੋ ਚੁੱਕੇ ਸੀ so Boli's parent agreed to Bishambar's proposal for Boli ਠੀਕ ਹੈ ਤਾਂ ਕਰਕੇ ਉਹ ਮੰਨ ਗਏ how did Bishambar came to wed Boli Bishambar was a well to do grocer he came with a big party of friends and relations for the wedding he was riding a decorated horse a brass band playing a popular filmy tune handed the procession Ramlal was overjoyed to see such pomp and splendor ਪੰਜਾਬੀ ਦੇ ਵਿੱਚ ਲਿਖਿਆ ਹੋਇਆ ਦੇਖੋ ਪੀਡੀਐਫ ਮੈਂ ਤੁਹਾਨੂੰ प्रोवाइड कर दूंगी डिस्क्रिप्शन बॉक्स ਦੇ ਵਿੱਚ ਤੇ ਪਹਿਲਾਂ ਵੀ ਸ਼ਾਰਟਸ ਬਣਾ ਕੇ ਮੈंने ਨੋਟਸ ਸ਼ੇਅਰ ਕਰੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਚੈਨਲ ਤੇ ਨੋਟਸ ਆਲਰੇਡੀ ਅਪਲੋਡਡ ਹੈਗੇ ਨੇ ਠੀਕ ਹੈ ਦੇਖ ਲਿਓ ਇੱਥੇ ਮੈਂ ਇੱਥੇ ਕੀ ਹੁੰਦਾ ਹੈ ਵੀ ਕਿਵੇਂ ਬਰਾਤ ਲੈ ਕੇ ਆਂਦਾ ਬਹੁਤ ਜ਼ਿਆਦਾ ਰਿਸ਼ਤੇਦਾਰਾਂ ਨਾਲ ਆਪਣੇ ਫਰੈਂਡਸ ਨਾਲ ਆਂਦਾ ਹੈ ਬਰਾਤ ਲੈ ਕੇ ਤੇ ਉਹ ਇੰਨਾ ਜ਼ਿਆਦਾ ਪ੍ਰੋਮ ਤੇ ਮਤਲਬ ਸਪਲੈਂਡਰ ਦੇਖ ਕੇ ਮਤਲਬ ਧੂਮ-ਧਾਮ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੋਇਆ ਪਿੱਤਲ ਦੇ ਬੈਂਡ ਬਰਾਤ ਦੇ ਅੱਗੇ ਸੀਗਾ ਪਿੱਤਲ ਦੇ ਬੈਂਡ ਨਾਲ ਮਤਲਬ ਉੱਥੇ ਵੱਜ ਰਿਹਾ ਸੀ ਅਗਲਾ ਪ੍ਰਸ਼ਨ ਆ ਗਿਆ why did Bishambar demand 5,000 rupees as dowry at the time of garlanding ceremony a woman slipped back the silver veil from the Boli's face ਕਹਿੰਦੇ ਕੋਈ ਉਹਨਾਂ ਦੇ ਰਿਸ਼ਤੇਦਾਰਾਂ ਵਿੱਚੋਂ ਹੀ ਇੱਕ woman ਨੇ ਇੱਕ ਔਰਤ ਨੇ ਉਹਦੇ ਚਿਹਰੇ ਤੋਂ ਘੂੰਘਟ ਹਟਾ ਦਿੱਤਾ ਤੇ ਬਿਸ਼ੰਬਰ ਨੇ ਉਹਦੇ ਮੂੰਹ ਦੀ ਇੱਕ ਕੁਇਟ ਕੁਇਕ ਗਲਾਂਸ ਲੈ ਲਈ ਇੱਕ
देख लिया किदां दी दिखदी सी वो। He happened to see the pock marks on Bolly's face, the garland remained poised in hands, he placed a demand for 5,000 rupees as dowry। ਕਹਿੰਦੇ ਹੱਥਾਂ ਵਿੱਚ ਹੀ ਰਹਿ ਗਿਆ ਜਿਹੜਾ ਗਾਰਲੈਂਡ ਸੀਗਾ, ਜਿਹੜਾ ਵਰਨਮਾਲਾ ਸੀਗੀ, ਜਦੋਂ ਉਹਨਾਂ ਦਾ ਮੂੰਹ ਦੇਖਿਆ ਜਿਹਦੇ ਉੱਤੇ ਪੋਕ ਮਾਰਕ ਸੀਗੇ, ਦਾਗ ਪਏ ਹੋਏ ਸੀਗੇ ਜਾਂ ਫਿਰ ਚੇਚਕ ਦੇ ਨਿਸ਼ਾਨ ਜਿਹੜੇ ਸੀ ਉਹ ਦੇਖ ਲਏ, ਤਾਂ ਫਿਰ ਉਹਨੇ 5000 ਦੀ ਮੰਗ ਕੀਤੀ ਕਿ ਹੁਣ ਮੈਨੂੰ 5000 ਰੁਪਇਆ ਚਾਹੀਦਾ ਹੈ। Why did Boli refuse to marry Bishambar? At the ceremony, Bishambar happened to see the poke marks on Boli's face. He placed a demand of 5,000 rupees as dowry. This filled Boli with cold contempt. She refused to marry him because she did not want a mean, greedy and contemptible coward as her husband। ठीक है, ਹੁਣ अगला प्रश्न आ गया, डिस्क्राइब इन ब्रीफ द अर्ली चाइल्डहुड ऑफ भोली। तो आप ऑलरेडी पढ़ा हुआ है कि Boli's real name was Sulekha। Since her childhood everyone had been calling her Boli। She was the fourth daughter of her father Ramlal। She had three elder brothers too। When she was 10 months old she fell off the cot। ਕਹਿੰਦੇ ਮੰਜੇ ਤੋਂ ਗਿਰ ਗਈ ਸੀ ਜਦੋਂ 10 ਮਹੀਨਿਆਂ ਦੀ ਸੀ। As a result some part of her brain was damaged, ਜਿਹਦੇ ਕਾਰਨ ਕੁਝ ਹਿੱਸਾ ਉਹਦੇ ਦਿਮਾਗ ਦਾ ਡੈਮੇਜ ਹੋ ਚੁੱਕਿਆ ਸੀ। So she remained a backward child and came to be known as Boli, meaning the simple one। Boli was very pretty and very fair। ਬਹੁਤ ਗੋਰੀ ਸੀਗੀ ਜਦੋਂ ਹੋਈ ਸੀਗੀ। She had an attack of small pox। ਕਹਿੰਦੇ ਉਹਨੂੰ ਫਿਰ small pox ਦਾ ਅਟੈਕ ਹੋ ਗਿਆ ਸੀ ਜਦੋਂ 2 ਸਾਲਾਂ ਦੀ ਸੀ। As a result she had deep pock marks all over her body। She learned speaking quite late at the age of 5। ਕਹਿੰਦੇ ਉਹਨੇ 5 ਸਾਲਾਂ ਦੀ ਉਮਰ ਤੱਕ ਉਹਨੇ ਕੀ ਸਿੱਖਿਆ, ਬੋਲਣਾ ਸਿੱਖਿਆ। She stammered while speaking and ਕਹਿੰਦੇ ਉਹ ਰੁਕ ਰੁਕ ਕੇ ਬੋਲਦੀ ਸੀ। The other children made fun of her। As a result she talked very little। ਕਹਿੰਦੇ ਬਾਕੀ ਜਿਹੜੇ ਬੱਚੇ ਸੀ ਉਹਦਾ ਮਜ਼ਾਕ ਉਡਾਉਂਦੇ ਸੀ ਜਿਸ ਕਾਰਨ ਉਹ ਘੱਟ ਬੋਲਦੀ ਸੀ। Ramlal was not worried about his children except Boli। Why? ਕਹਿੰਦੇ ਬਾਕੀ ਬੱਚਿਆਂ ਲਈ ਰਾਮਲਾਲ ਇੰਨਾ worried ਨਹੀਂ ਸੀਗਾ but Boli ਦੇ ਲਈ worried ਸੀ, ਐਵੇਂ ਕਿਉਂ? Ramlal had 7 children, 3 sons and 4 daughters। ਕਹਿੰਦੇ ਰਾਮਲਾਲ ਦੇ 7 ਜਵਾਕ ਸੀ ਜਿਹਦੇ ਵਿੱਚੋਂ 3 ਬੱਚੇ ਸੀਗੇ and 4 ਜਿਹੜੀਆਂ ਸੀ ਉਹਦੀਆਂ daughters ਸੀਗੀਆਂ। Boli was the youngest of all the children except Boli were healthy and strong। The sons had been sent to the city to study in schools and colleges। ਠੀਕ ਹੈ, ਕਹਿੰਦੇ ਮੁੰਡਿਆਂ ਨੂੰ ਉਹਨੇ ਭੇਜਤਾ ਸੀਗਾ ਸਿਟੀ ਦੇ ਵਿੱਚ, ਸ਼ਹਿਰ ਦੇ ਵਿੱਚ, ਕਾਲਜਿਸ ਤੇ ਸਕੂਲ ਦੇ ਵਿੱਚ ਪੜ੍ਹਨ ਦੇ ਲਈ। The eldest daughter ਜਿਹੜੀ ਸੀਗੀ ਉਹ ਰਾਧਾ ਸੀਗੀ, ਉਹ ਆਲਰੇਡੀ ਉਹਦਾ ਵਿਆਹ ਹੋ ਚੁੱਕਿਆ ਸੀ। ਸੈਕੰਡ ਵਨ ਜਿਹੜੀ ਸੀ ਉਹ ਮੰਗਲਾ ਸੀਗੀ, ਉਹਦੀ ਮੈਰਿਜ ਸੈਟਲ ਹੋ ਚੁੱਕੀ ਸੀ। When that was done, Ramlal would think of third Champa। ਫਿਰ ਰਾਮਲਾਲ ਚੰਪਾ ਬਾਰੇ ਸੋਚਦਾ ਸੀ। They were good looking and healthy girls। ਕਹਿੰਦੇ ਉਹ ਬਹੁਤ ਸੋਹਣੀਆਂ ਸੀਗੀਆਂ ਤੇ healthy ਸੀਗੀਆਂ। It was not difficult for Ramlal to find bridegrooms for them, but Ramlal was worried about Boli। She had neither good looks nor intelligence। ਕਹਿੰਦੇ ਨਾ ਹੀ ਉਹ ਸੋਹਣੀ ਸੀ ਤੇ ਨਾ ਹੀ ਉਹਦੇ ਚ ਦਿਮਾਗ ਸੀ, ਅਕਲ ਸੀ ਜ਼ਿਆਦਾ। She had poke marks on her face। ਕਹਿੰਦੇ ਉਹਦੇ ਚਿਹਰੇ ਉੱਤੇ ਚੇਚਕ ਦੇ ਨਿਸ਼ਾਨ ਸੀਗੇ। She stammered while speaking। ਕਹਿੰਦੇ ਉਹ ਬੋਲਦੇ ਬੋਲਦੇ ਰੁਕਦੀ ਸੀ। Ramlal was worried about her marriage prospects। ਇਸ ਕਾਰਨ ਉਹ ਉਸਦੇ ਵਿਆਹ ਨੂੰ ਲੈ ਕੇ ਚਿੰਤਤ ਰਹਿੰਦਾ ਸੀ। ਅਗਲੇ 2 ਕੁਐਸਚਨ ਰਹਿ ਗਏ। ਰਾਈਟ ਇਨ ਬਰੀਫ ਦ correct sketch of Boli's teacher। Boli's the teacher ਬਾਰੇ ਦੱਸੋ। Boli's teacher is a teacher in the true sense of the word। ਕਹਿੰਦੇ ਅਸਲ ਦੇ ਵਿੱਚ ਇੱਕ ਅਧਿਆਪਕ ਸੀ। She is very sympathetic with Boli। ਉਹ ਬਹੁਤ ਹੀ ਜ਼ਿਆਦਾ ਹਮਦਰਦੀ ਰੱਖਦੇ ਨੇ ਬੋਲੀ ਦੇ ਨਾਲ। She shows her great love and affection। ਉਹਨੂੰ ਆਪਣਾ ਪਿਆਰ ਦਿਖਾਉਂਦੇ ਨੇ, affection ਦਿਖਾਉਂਦੇ ਨੇ। Her voice is very soft and soothing। ਕਹਿੰਦੇ ਉਹਨਾਂ ਦੀ ਜਿਹੜੀ ਆਵਾਜ਼ ਹੈ ਬਹੁਤ ਜ਼ਿਆਦਾ ਮਿੱਠੀ ਹੈ, ਸੂਦਿੰਗ ਹੈ। On her first day to the school, she asked Boli very gently to tell her name। Her gentleness touched Boli's heart। For the sake of the kind woman, Boli decides to make an effort। She knows that she will not laugh at her। When Boli succeeds in uttering her name, the teacher pats her affectionately। She encourages her to come to school every day। ਕਹਿੰਦੇ ਨੇ ਕਿ ਤੂੰ ਰੋਜ਼ ਸਕੂਲ ਆ। Her teacher instills a new hope and new life in Boli। ਕਹਿੰਦੇ ਉਹਦੇ ਵਿੱਚ ਇੱਕ ਨਵੀਂ ਉਮੀਦ ਜਗਾਉਂਦੇ ਨੇ। Even when Boli is faced with the anger of the entire village, she musters the courage to refuse proposal of the greedy grocer Bishambar। Her teacher stands by her like a rock। She supports her decision of remaining single and becoming a teacher in her own school। In this way, Boli's teacher changes her entire life। ਉਹਨੂੰ ਬਹੁਤ ਜ਼ਿਆਦਾ ਉਮੀਦਾਂ ਦਿੰਦੇ ਨੇ, ਮੋਟੀਵੇਸ਼ਨ ਦਿੰਦੇ ਨੇ ਤੇ ਉਹਦੇ ਹਰ ਜਿਹੜਾ ਉਹਦਾ ਫੈਸਲਾ ਹੁੰਦਾ ਕਿ ਉਹ ਸਿੰਗਲ ਰਹੇਗੀ, ਵਿਆਹ ਨਹੀਂ ਕਰਾਏਗੀ ਤੇ ਉਹੀ ਸਕੂਲ ਦੇ ਵਿੱਚ ਪੜ੍ਹਾਏਗੀ ਜਿੱਥੇ ਉਹਨੇ ਖੁਦ ਪੜ੍ਹਿਆ ਸੀ। ਇੱਥੇ ਉਹਦੇ ਟੀਚਰ ਉਹਨੂੰ ਸਪੋਰਟ ਕਰਦੇ ਨੇ ਤੇ ਬਹੁਤ ਹੀ ਖੁਸ਼ ਹੁੰਦੇ ਨੇ ਉਹਦੀ ਹਿੰਮਤ ਵੇਖ ਕੇ ਜਦੋਂ ਕਹਿੰਦੀ ਹੈ ਕਿ ਹੁਣ ਮੈਂ ਇੱਕ ਡਮ ਕਾਊ ਨਹੀਂ ਆ, ਨਾ ਹੀ ਮੈਂ ਇੱਕ ਸਟੈਮਰਿੰਗ ਫੂਲ ਆ, ਮੈਨੂੰ ਇੰਟੈਲੀਜੈਂਸ ਆ ਗਈ ਹੈ ਤੇ ਮੈਂ ਇਹੋ ਜਿਹੇ ਲਾਲਚੀ ਇਨਸਾਨ ਨਾਲ ਵਿਆਹ ਨਹੀਂ ਕਰਾਵਾਂਗੀ। ਰਾਈਟ ਇਨ ਬਰੀਫ ਕਰੈਕਟ ਸਕੈਚ ਆਫ ਬਿਸ਼ੰਬਰ। ਕਹਿੰਦੇ ਬਿਸ਼ੰਬਰ ਦਾ ਕਰੈਕਟ ਸਕੈਚ ਲਿਖੋ। ਬਿਸ਼ੰਬਰ ਇਜ਼ ਅ ਵੈਲ to do grocer। He is 45 or 50 years old। 45-50 ਸਾਲਾਂ ਦਾ ਸੀਗਾ। He was a limp। He has a good shop and a big house। He has grown up children by his first wife।
Boli's father arranges her marriage with Bishambar. He thinks that no one would marry Boli और सोचता है कि भोली नाल कोई ब्याह नहीं करेगा. She has pockmarks all over her face. On the wedding day, the priest asks Boli to gallant Bishambar. Bishambar has a quick glance of Boli's face. He grows greedy. He demands 5,000 rupees as dowry. Despite रामलाल entreaties he refused to relent. तो उन्होंने मिलता करता है थोड़े पैसे कटा ला बट वो मना कर देता है. But Boli teaches him a lesson by refusing to marry. मना करता ਉਹਦੇ ਨਾਲ ਵਿਆਹ ਕਰਵਾਉਣ ਤੋਂ. In spite of being labelled shameless by the old women of the village, Boli raises her voice against him. This greedy old man who has came to marry her, it is not Boli but Bishambar who is mean and shameless creature. ਕਹਿੰਦੇ ਉਹਦੀ ਪਿੰਡ ਦੀਆਂ ਔਰਤਾਂ ਨੇ ਉਸਨੂੰ ਸ਼ੇਮਲੈਸ ਕਿਹਾ ਕਿ ਕਹੇ ਜੀ ਹੈ ਕਿ ਵਿਆਹ ਲਈ ਮਨਾ ਕਰ ਰਹੀ ਹੈ ਬਟ ਉਹ ਅਸਲ ਵਿੱਚ ਸ਼ੇਮਲੈਸ ਨਹੀਂ ਸੀਗੀ ਸ਼ੇਮਲੈਸ ਸੀਗਾ ਤਾਂ ਬਿਸ਼ੰਬਰ ਨਾਥ ਸੀਗਾ ਜੋ ਕਿ ਕਾਦੀ ਡਿਮਾਂਡ ਕਰ ਰਿਹਾ ਸੀਗਾ ਪੈਸਿਆਂ ਦੀ ਡਿਮਾਂਡ ਕਰ ਰਿਹਾ ਸੀਗਾ ਠੀਕ ਹੈ so this was the chapter notes I will provide in the description box or you can check out the shorts video in which I have provided the notes till then take care meet you in my next video keep supporting and showing your love bye bye